ਅੱਜ ਦੇ ਪੰਜਾਬੀ ਵਿਲਾਗ 'ਚ ਸਵੀਡਨ ਤੋਂ ਆਰਿਫ ਕਿਸਾਨਾ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਮੇਰਾ ਛੋਟਾ ਭਰਾ ਜਿਹੜਾ ਆਇਰਲੈਂਡ ਰਹਿੰਦਾ ਉਹਨੇ ਪੁੱਛਿਆ ਕਿ ਪੰਜਾਬੀ ਜ਼ਬਾਨ 'ਚ ਸੌਰੀ ਔਰ ਥੈਂਕਸ ਵਾਸਤੇ ਕਿਹੜੇ ਲਫ਼ਜ਼ ਨੇ। ਤੇ ਮੈਂ ਉਹਨੂੰ ਇਹ ਕਿਹਾ ਕਿ ਅਸਲ ਅਸੀਂ ਥੈਂਕਸ ਵਾਸਤੇ ਸ਼ੁਕਰੀਆ ਕਹਿੰਦੇ ਹਾਂ ਔਰ ਸੌਰੀ ਵਾਸਤੇ ਅਸੀਂ ਮਾਫੀ ਕਹਿੰਦੇ ਹਾਂ। ਉਹਦਾ ਕਹਿਣਾ ਇਹ ਸੀ ਕਿ ਸ਼ੁਕਰੀਆ ਦਰਅਸਲ ਇਹ ਤੇ ਅਰਬੀ ਜ਼ਬਾਨ ਚੋਂ ਨਿਕਲਿਆ, ਸ਼ੁਕਰਨ ਉੱਥੋਂ ਫਿਰ ਉਰਦੂ ਚ ਆਇਆ ਔਰ ਫਿਰ ਪੰਜਾਬੀ ਚ ਵੀ ਇਸਤੇਮਾਲ ਹੁੰਦਾ ਹੈ। ਔਰ ਮਾਫੀ ਵੀ ਗਾਲਬਨ ਬੁਨਿਆਦੀ ਤੌਰ ਤੇ ਫਾਰਸੀ ਜ਼ਬਾਨ ਦਾ ਲਫ਼ਜ਼ ਹੈ, ਉੱਥੋਂ ਫਿਰ ਉਰਦੂ ਚ ਆ ਕੇ ਤੇ ਅਸੀਂ ਇਹਨੂੰ ਇਸਤੇਮਾਲ ਕਰਨੇ ਆ। ਤੇ ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬੀ ਬਹੁਤ ਪੁਰਾਣੀ ਜ਼ਬਾਨ ਹੈ, ਯਾਨੀ ਪੰਜਾਬੀ ਉਰਦੂ ਤੋਂ ਵੀ ਜੋ ਹੈ ਉਹ ਪੁਰਾਣੀ ਜ਼ਬਾਨ ਹੈ, ਤੇ ਫਿਰ ਪੰਜਾਬੀ ਜ਼ਬਾਨ ਦੇ ਆਪਣੇ ਲਫ਼ਜ਼ ਵੀ ਹੋਣੇ ਚਾਹੀਦੇ ਨੇ। ਜਿਸ ਤਰ੍ਹਾਂ ਪੰਜਾਬੀ ਦੇ ਬਹੁਤ ਸਾਰੇ ਐਸੇ ਲਫ਼ਜ਼ ਨੇ ਜਿਹੜੇ ਮਤਲਬ ਬਾਕੀ ਜ਼ਬਾਨਾਂ 'ਚ ਸ਼ਾਇਦ ਉਸ ਤਰ੍ਹਾਂ ਦੇ ਨਹੀਂ ਹੈਗੇ, ਤੇ ਇਹ ਅਸਲ ਪੰਜਾਬੀ 'ਚ ਇਹਦੇ ਲਫ਼ਜ਼ ਕਿਹੜੇ ਨੇ। ਵਾਕਈ ਗੱਲ ਤੇ ਉਹਦੀ ਬੜੀ ਖਾਸ ਸੀ। ਇਸ ਵਾਸਤੇ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਨਾਲ ਰਾਬਤਾ ਕੀਤਾ ਜਿਹੜੇ ਪੰਜਾਬੀ ਜ਼ਬਾਨ ਦੇ ਬੜੇ ਮਾਹਿਰ ਨੇ, ਜਿਨ੍ਹਾਂ ਨੇ ਪੰਜਾਬੀ ਜ਼ਬਾਨ ਨਹੀਂ ਬਹੁਤ ਕੁਝ ਲਿਖਿਆ ਔਰ ਅਥਾਰਟੀ ਸਮਝੇ ਜਾਂਦੇ ਨੇ। ਮਸਲਨ ਓਰੈਂਟਲ ਕਾਲਜ ਪੰਜਾਬ ਯੂਨੀਵਰਸਿਟੀ ਦੀ ਪ੍ਰਿੰਸੀਪਲ ਸਾਡੀ ਭੈਣ ਪ੍ਰੋਫੈਸਰ ਨਬੀਲਾ ਰਹਿਮਾਨ, ਜਿਹੜੀ ਇਹਨਾਂ ਤੋਂ ਪਹਿਲੇ ਉਹ ਪੰਜਾਬ ਯੂਨੀਵਰਸਿਟੀ ਸ਼ੋਭਾ ਪੰਜਾਬੀ ਦੀ ਸਰਬਰਾਹ ਸਨ। ਫਿਰ ਪ੍ਰੋਫੈਸਰ ਡਾਕਟਰ ਇਸ਼ਤਿਆਕ ਅਹਿਮਦ ਜਿਹੜੇ ਸਵੀਡਨ ਹੁੰਦੇ ਨੇ, ਇਹਨਾਂ ਨੇ ਪੰਜਾਬ ਦੀ ਤਾਰੀਖ ਤੇ ਬਹੁਤ ਕੁਝ ਲਿਖਿਆ, ਉਹ ਬੜੇ ਤਾਰੀਖਦਾਨ ਨੇ। ਫਿਰ ਪਾਕਿਸਤਾਨ 'ਚ ਇੱਕ ਬਹੁਤ ਬੜੇ ਪੰਜਾਬੀ ਦਾ ਨਾਂ ਹੈ, ਉਹਨਾਂ ਨੇ ਪੰਜਾਬੀ ਜਿਹੜੀ ਸ਼ਾਇਰੀ ਹੈ ਉਹਨੂੰ ਅੰਗਰੇਜ਼ੀ 'ਚ ਵੀ ਤਰਜਮਾ ਕੀਤਾ, ਉਰਦੂ 'ਚ ਵੀ ਕੀਤਾ ਹੈ, ਜਨਾਬ ਸਈਦ ਅਹਿਮਦ ਸਾਹਿਬ। ਫਿਰ ਡੈਨਮਾਰਕ 'ਚ ਇੱਕ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਨੇ, ਉਹਨਾਂ ਦੀ ਬਹੁਤ ਸਾਰੀਆਂ ਕਿਤਾਬਾਂ ਛਪ ਚੁੱਕੀਆਂ ਨੇ, ਜ਼ਫਰ ਅਵਾਨ ਸਾਹਿਬ। ਫਿਰ ਇੱਥੇ ਸਟਾਕਹੋਮ 'ਚ ਮੇਰੇ ਦੋਸਤ ਜਨਾਬ ਸੁਹੇਲ ਸਫਦਰ ਸਾਹਿਬ, ਜਿਨ੍ਹਾਂ ਦਾ ਹੁਣ ਹੀ ਇੱਕ ਪੰਜਾਬੀ 'ਚ ਜਿਹੜੀ ਹੈ ਨਾ ਉਹ ਕਿਤਾਬ ਛਪੀ ਹੈ। ਤੇ ਉਸ ਤੋਂ ਇਲਾਵਾ ਜਿਹੜੇ ਨੇ ਸਈਦ ਆਸਫ ਸ਼ਾਹਕਾਰ ਸਾਹਿਬ ਇੱਥੇ ਹੁੰਦੇ ਨੇ, ਉਹ ਵੀ ਪੰਜਾਬੀ 'ਚ ਬਹੁਤ ਕੁਝ ਲਿਖਦੇ ਨੇ। ਫਿਰ ਰਾਜਪਾਲ ਸਾਹਿਬ ਨੇ ਬਰਮਿੰਗਮ, ਉਹਨਾਂ ਨਾਲ ਰਾਬਤਾ ਮੈਂ ਪ੍ਰੋਫੈਸਰ ਇਸ਼ਤਿਆਕ ਸਾਹਿਬ ਦੇ ਥਰੂ ਕੀਤਾ। ਫਿਰ ਇੰਦਰਪਾਲ ਸਿੰਘ ਸਾਹਿਬ ਨੇ ਇੱਥੇ ਸਵੀਡਨ 'ਚ ਹੁੰਦੇ ਨੇ, ਉਹ ਵੀ ਬੜੇ ਵੱਡੇ ਸ਼ਾਇਰ ਵੀ ਨੇ ਔਰ ਪੰਜਾਬੀ ਜ਼ਾਰੇ ਬੋਲਦੇ ਨੇ, ਉਹਨਾਂ ਦੀ ਮਾਂ ਬੋਲੀ ਹੈ। ਇਹਨਾਂ ਬਹੁਤ ਸਾਰੇ ਲੋਕਾਂ ਨੂੰ ਮੈਂ ਪੁੱਛਿਆ ਕਿ ਇਹ ਦੱਸੋ ਕਿ ਜਿਹੜਾ ਸੌਰੀ ਦਾ ਲਫ਼ਜ਼ ਅੰਗਰੇਜ਼ੀ 'ਚ ਹੈ, ਜਿਹਨੂੰ ਉਰਦੂ 'ਚ ਅਸੀਂ ਮਾਫ ਕਰਨਾ ਕਹਿੰਦੇ ਆ, ਔਰ ਥੈਂਕਸ ਜਿਹਨੂੰ ਸ਼ੁਕਰੀਆ ਉਰਦੂ 'ਚ ਕਹਿੰਦੇ ਆ, ਠੇਠ ਪੰਜਾਬੀ 'ਚ ਇਹਦਾ ਕਿਹੜੇ ਲਫ਼ਜ਼ ਨੇ ਜਿਹੜੇ ਅਸਲ ਪੰਜਾਬੀ ਜ਼ੁਬਾਨ ਦੇ ਆਪਣੇ ਹੋਣ, ਬਾਹਰੋਂ ਨਾ ਆਏ ਹੋਣ। ਉਹਨਾਂ ਨੇ ਵੀ ਤਕਰੀਬਨ ਇਹ ਗੱਲ ਕੀਤੀ ਹੈ ਕਿ ਮੈਂ ਉਹਦੀ ਤਫਸੀਲ ਹੋਰ ਤੁਹਾਨੂੰ ਦੱਸਣਾ ਜਾ ਕੇ। ਇਹ ਗੱਲ ਆਪਣੀ ਜਗ੍ਹਾ ਠੀਕ ਹੈ ਕਿ ਬਹੁਤ ਸਾਰੀਆਂ ਜ਼ਬਾਨਾਂ ਨੇ ਦੂਸਰੀਆਂ ਜ਼ਬਾਨਾਂ ਕੋਲੋਂ ਲਫ਼ਜ਼ ਲਏ, ਫਿਰ ਉਸ ਜ਼ਬਾਨ ਦੇ ਹੀ ਲਫ਼ਜ਼ ਬਣ ਜਾਂਦੇ ਨੇ। ਅੰਗਰੇਜ਼ੀ 'ਚ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਅਰਬੀ ਜ਼ਬਾਨ 'ਚੋਂ ਆਏ ਨੇ, ਜਿਹੜੀ ਸਪੈਨਿਸ਼ ਜ਼ਬਾਨ ਇਹਦੇ 'ਚ ਬਹੁਤ ਸਾਰੇ ਅਰਬੀ ਦੇ ਲਫ਼ਜ਼ ਨੇ। ਇਸੇ ਤਰ੍ਹਾਂ ਸਵੀਡਿਸ਼ ਜ਼ਬਾਨ ਵਿੱਚ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਅੰਗਰੇਜ਼ੀ ਦੇ ਨੇ, ਬਲਕਿ ਉਰਦੂ ਔਰ ਹਿੰਦੀ ਦੇ ਲਫ਼ਜ਼ ਵੀ ਜਿਹੜੇ ਨੇ ਉਹ ਸਵੀਡਿਸ਼ ਜ਼ਬਾਨ 'ਚ ਉਹਨਾਂ ਨੇ ਇਖਤਿਆਰ ਕਰ ਲਏ ਨੇ। ਇਹੀ ਹਾਲ ਪੰਜਾਬੀ ਦਾ ਵੀ ਹੈ ਔਰ ਬਹੁਤ ਸਾਰੇ ਪੰਜਾਬੀ ਦੇ ਲਫ਼ਜ਼ ਵੀ ਦੂਸਰੀਆਂ ਜ਼ਬਾਨਾਂ 'ਚ ਗਏ ਨੇ। ਲੇਕਿਨ ਇਹਦੇ ਨਾਲ ਹੀ ਕੁਝ ਐਸੇ ਲਫ਼ਜ਼ ਵੀ ਹੁੰਦੇ ਨੇ ਕਿ ਜਿਨ੍ਹਾਂ ਦਾ ਬਿਲਕੁਲ ਉਸ ਤਰ੍ਹਾਂ ਤਰਜਮਾ ਬੜਾ ਮੁਸ਼ਕਲ ਹੋ ਜਾਂਦਾ ਹੈ। ਜਿਸ ਤਰ੍ਹਾਂ ਹੁਣ ਉਰਦੂ 'ਚ ਜਿਹੜੇ ਲਫ਼ਜ਼ ਨੇ ਸ਼ਰਮ ਓ ਹਯਾ, ਹੁਣ ਇਹਨਾਂ ਦੀ ਅੰਗਰੇਜ਼ੀ 'ਚ ਉਸ ਤਰ੍ਹਾਂ ਦੀ ਟਰਾਂਸਲੇਸ਼ਨ ਨਹੀਂ ਹੋ ਸਕਦੀ, ਜਾਂ ਗੈਰਤ ਦੀ ਉਸ ਤਰ੍ਹਾਂ ਟਰਾਂਸਲੇਸ਼ਨ ਨਹੀਂ ਹੋ ਸਕਦੀ, ਜਾਂ ਇਸਤੰਬਾਤ ਲਫ਼ਜ਼ ਹੈ, ਜਾਂ ਸ਼ੋਰ ਓ ਸ਼ੁਫਤਗੀ ਹੈ, ਇਹਨਾਂ ਲਫ਼ਜ਼ਾਂ ਦੀ ਅੰਗਰੇਜ਼ੀ 'ਚ ਸ਼ਾਇਦ ਉਸ ਤਰ੍ਹਾਂ ਟਰਾਂਸਲੇਸ਼ਨ ਨਹੀਂ ਹੋ ਸਕਦੀ। ਇੰਜੀ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਸਰਪ੍ਰਾਈਜ਼ ਦੇਣਾ, ਇਹ ਸ਼ਾਇਦ ਇਹਦਾ ਉਰਦੂ ਔਰ ਪੰਜਾਬੀ 'ਚ ਵੀ ਅਸੀਂ ਉਸ ਤਰ੍ਹਾਂ ਦਾ ਤਰਜਮਾ ਨਹੀਂ ਸ਼ਾਇਦ ਕਰ ਸਕਦੇ। ਔਰ ਇਸ ਤਰ੍ਹਾਂ ਸਾਡੀ ਸਵੀਡਿਸ਼ ਜ਼ਬਾਨ 'ਚ ਲਫ਼ਜ਼ ਮਸਲਨ ਫੀਕਾ ਜਾਂ ਲਾਗੋਮੇ ਜਾਂ ਵਾਸ਼ੂਗੋਦੇ, ਇਹਦੀ ਟਰਾਂਸਲੇਸ਼ਨ ਅੰਗਰੇਜ਼ੀ ਜਾਂ ਉਰਦੂ ਜਾਂ ਕਿਸੇ ਜ਼ਬਾਨ 'ਚ ਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਪੰਜਾਬੀ ਦੇ ਵੀ ਬੜੇ ਲਫ਼ਜ਼ ਨੇ, ਕਿਉਂ ਪੰਜਾਬੀ ਦਾ ਬਹੁਤ ਜਿਹੜੇ ਨਾ ਵਸੀ ਕਹਿਣ ਲੋ ਕਿ ਅਲਫਾਜ਼ ਨੇ, ਉਹਨਾਂ ਦਾ ਤਰਜਮਾ ਕਿਸੇ ਹੋਰ ਜ਼ਬਾਨ 'ਚ, ਬਲਕਿ ਉਹਨੂੰ ਕਹਿੰਦੇ ਨੇ ਜੀ ਉਰਦੂ ਪੰਜਾਬੀ 'ਚੋਂ ਨਿਕਲੀ ਹੈ, ਤੇ ਪੰਜਾਬੀ ਦੇ ਉਹਨਾਂ ਲਫ਼ਜ਼ਾਂ ਦਾ ਉਰਦੂ 'ਚ ਵੀ ਤਰਜਮਾ ਮਸਲ ਨਹੀਂ ਕੱਢਿਆ ਜਾ ਸਕਦਾ। ਜਿਸ ਤਰ੍ਹਾਂ ਮੇਰੇ ਖਿਆਲ ਕਿਸੇ ਦਾ ਤਰਾ ਕੱਢ ਦੇਣਾ, ਠੀਕ ਹੈ, ਯਰਕਾਣਾ ਕਿਸੇ ਨੂੰ, ਜਾਂ ਕਚੀਚੀ ਲੈਣਾ, ਜਾਂ ਜਿਸ ਤਰ੍ਹਾਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਚੰਨ ਚੜਾਣਾ, ਜਾਂ ਚਿੱਬ ਦਾ ਲਫ਼ਜ਼ ਹੈ, ਹੁਣ ਇਹਨਾਂ ਦੇ ਉਰਦੂ 'ਚ ਸ਼ਾਇਦ ਅਲਫਾਜ਼ ਨਹੀਂ ਆਉਂਦੇ। ਲੇਕਿਨ ਅਸੀਂ ਫਿਰ ਉਸ ਤਰਫ ਆਉਂਦੇ ਹਾਂ ਕਿ ਕਿਆ ਪੰਜਾਬੀ ਜ਼ਬਾਨ 'ਚ ਥੈਂਕਸ ਵਾਸਤੇ ਔਰ ਮਾਫੀ ਵਾਸਤੇ ਲਫ਼ਜ਼ ਨਹੀਂ ਹੈਗੇ, ਜਾਂ ਸ਼ੁਕਰੀਆ ਅਦਾ ਕਰਨ ਲਈ ਨਹੀਂ ਹੈਗੇ। ਇਹਦੇ ਬਾਰੇ 'ਚ ਪ੍ਰੋਫੈਸਰ ਨਬੀਲਾ ਰਹਿਮਾਨ ਦਾ ਕਹਿਣਾ ਹੈ ਸੀ ਕਿ ਮਾਫੀ ਵਾਸਤੇ ਅਸੀਂ ਇਹ ਲਫ਼ਜ਼ ਇਸਤੇਮਾਲ ਕਰਨੇ ਆ ਜੀ, ਅਸੀਂ ਤੁਹਾਡੇ ਹੱਥ ਜੋੜਨੇ ਆ, ਅਸੀਂ ਮਤਲਬ ਤੁਹਾਡੀ ਦਾੜੀ ਹੱਥ ਲਾਉਂਦੇ ਹਾਂ, ਤੁਹਾਡੀ ਪੈਰੀ ਪੈਂਦੇ ਹਾਂ, ਔਰ ਸ਼ੁਕਰੀਆ ਵਾਸਤੇ ਕਹਿੰਦੇ ਅਸੀਂ ਤੁਹਾਡਾ ਦੇਣਦਾਰ ਹਾਂ, ਤੁਹਾਡਾ ਭਲਾ ਹੋਵੇ, ਮਿਹਰਬਾਨੀ ਹੋਵੇ, ਜਾਂ ਖੈਰ ਹੋਵੇ, ਜਾਂ ਜਿਉਂਦੇ ਰਹੋ। ਇਸ ਤਰ੍ਹਾਂ ਦੀਆਂ ਦੁਆਵਾਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ।
ਅਸਲ ਗੱਲ ਹੈ ਕਿ ਜਿਹੜੇ ਲਫ਼ਜ਼ ਹੁੰਦੇ ਨੇ ਅਗਰ ਕਿਸੇ ਜ਼ਬਾਨ 'ਚ ਅਗਰ ਨਹੀਂ ਹੁੰਦੇ ਜਾਂ ਉਸ ਜ਼ਬਾਨ ਦੇ ਵਿੱਚ ਜਦੋਂ ਬੋਲੇ ਜਾਂਦੇ ਨੇ ਉਹ ਜ਼ਬਾਨ ਦੀ ਜਿਹੜੀ ਸਕਾਫਤ ਹੈ ਉਹਨੂੰ ਜ਼ਾਹਿਰ ਕਰਦੇ ਨੇ। ਯਾਨੀ ਜ਼ਬਾਨ ਸਿਰਫ ਬੋਲੀ ਨਹੀਂ ਹੁੰਦੀ, ਇਹ ਇੱਕ ਤਹਿਜ਼ੀਬ ਹੁੰਦੀ ਹੈ। ਉਸ ਤਹਿਜ਼ੀਬ 'ਚ ਜਿਹੜੇ ਜੁੜੇ ਹੋਏ ਲਫ਼ਜ਼ ਨੇ ਨਾ ਉਹ ਹੀ ਹੁੰਦੇ ਨੇ। ਅਗਰ ਉਸ ਤਹਿਜ਼ੀਬ 'ਚ ਉਹ ਲਫ਼ਜ਼ ਨਹੀਂ ਹੈਗੇ ਤੇ ਫਿਰ ਦੂਸਰੀ ਜ਼ਬਾਨਾਂ 'ਚੋਂ ਲਏ ਜਾਂਦੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਮਿਸਾਲਾਂ ਦੇ ਚੁੱਕਿਆ ਅੰਗਰੇਜ਼ੀ ਦੀ, ਸਵੀਡਿਸ਼ ਦੀ, ਉਰਦੂ ਦੀ ਔਰ ਪੰਜਾਬੀ ਦੀਆਂ। ਇਹਦੇ ਬਾਰੇ 'ਚ ਪ੍ਰੋਫੈਸਰ ਸਈਦ ਸਾਹਿਬ ਜਿਹੜੇ ਬੜੇ ਪੰਜਾਬੀ ਦੇ ਮੁਹੱਕਕ ਨੇ, ਉਹਨਾਂ ਬਹੁਤ ਕਿਤਾਬਾਂ ਲਿਖੀਆਂ ਨੇ, ਉਹਨਾਂ ਬੜੀ ਖੂਬਸੂਰਤ ਵਜ਼ਾਹਤ ਕੀਤੀ। ਉਹਨਾਂ ਕਿਹਾ ਜੀ ਅਸਲ ਗੱਲ ਇਹ ਵੇ ਕਿ ਜਿਹੜਾ ਪੁਰਾਣਾ ਪੰਜਾਬੀ ਦਾ ਜਿਹੜਾ ਸੀ ਨਾ ਸਮਾਜ ਮੁਆਸ਼ਰਾ ਸੀ, ਲੋਕ ਜਦੋਂ ਰਹਿੰਦੇ ਸਨ ਉਹ ਇੱਕ ਹਿਸਾਬ ਦਾ ਇਸ਼ਤਰਾਕੀ ਮੁਆਸ਼ਰਾ ਸੀ। ਲੋਕ ਇਕੱਠੇ ਰਹਿੰਦੇ ਸਨ, ਚੀਜ਼ਾਂ ਸਾਂਝੀਆਂ ਸਨ, ਇੱਕ ਦੂਜੇ ਨਾਲ ਜਿਹੜਾ ਨਾਲ ਲੈਣ ਦੇਣ ਵਿੱਚ ਇਹਨਾਂ ਤਕੱਲਫਾਤ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ ਤੇ ਉਹਦੇ 'ਚ ਫਿਰ ਲੋਕ ਇੱਕ ਦੂਜੇ ਕੋਲੋਂ ਸਾਂਝੀਆਂ ਚੀਜ਼ਾਂ ਲੈ ਲੈਂਦੇ ਸਨ ਤੇ ਉਹ ਸ਼ੁਕਰੀਆ ਦੇ ਫਿਰ ਉੱਥੇ ਲਫ਼ਜ਼ ਦੀ ਲੋੜ ਕੋਈ ਨਹੀਂ ਸੀ ਹੁੰਦੀ। ਜਿਹਨੂੰ ਲੋੜ ਹੁੰਦੀ ਸੀ ਪਿੰਡ 'ਚ ਦਾਣਿਆਂ ਦੀ ਲੋੜ ਹੁੰਦੀ ਸੀ, ਲੱਸੀ ਪਾਣੀ ਦੁੱਧ ਦਹੀਂ ਸਾਰਾ ਕੁਝ ਸਾਂਝ। ਔਰ ਮੈਂ ਖੁਦ ਵੀ ਵੇਖਿਆ ਬਚਪਨ 'ਚ ਪਿੰਡਾਂ 'ਚ ਪੰਜਾਬ 'ਚ ਜਦੋਂ ਕਿਸੇ ਦੀ ਸ਼ਾਦੀ ਹੋਣੀ ਤੇ ਲੋਕਾਂ ਨੇ ਜਨਾਬ ਆਪਣੇ ਦਾਣੇ ਦੇ ਦੇਣੇ, ਦੁੱਧ ਦੇ ਦੇਣਾ, ਬਾਕੀ ਚੀਜ਼ਾਂ ਇਕੱਠੀਆਂ ਦੇ ਦੇਣੀਆਂ। ਜੇ ਕਿਸੇ ਨੂੰ ਫਸਲ ਦੀ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹਨੇ ਉਹਦੇ ਕੋਲ ਲੈਣੀ। ਤੇ ਉੱਥੇ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਇਹਨਾਂ ਤਕੱਲਫਾਤ ਨੂੰ ਜਿਸ ਤਰ੍ਹਾਂ ਬਾਕੀ ਤਹਿਜ਼ੀਬਾਂ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹੀ ਅਗਰ ਘਾਟਾ ਵਾਧਾ ਵੀ ਹੋ ਗਿਆ ਕਿਤੇ ਤੇ ਉਹਦੇ ਗੱਲ ਯਾਰ ਛੱਡ ਦਿਓ, ਰਹਿਣ ਦਿਓ ਯਾਰ, ਜਾਣ ਦਿਓ ਯਾਰ, ਕੋਈ ਗੱਲ ਨਹੀਂ। ਮਤਲਬ ਉੱਥੇ ਵੀ ਉਹਨਾਂ ਤਕੱਲਫਾਤ ਦੀ ਸ਼ਾਇਦ ਜ਼ਰੂਰਤ ਨਹੀਂ ਸੀ ਪੈਂਦੀ। ਇਸ ਵਾਸਤੇ ਸ਼ਾਇਦ ਬਹੁਤ ਪੁਰਾਣੀ ਜਿਹੜੀ ਪੰਜਾਬੀ ਹੈ ਜਾਂ ਪੁਰਾਣਾ ਜਿਹੜਾ ਪੰਜਾਬੀ ਮੁਆਸ਼ਰਾ ਸੀ ਉਹਦੇ 'ਚ ਇਹ ਜਿਹੜੇ ਲਫ਼ਜ਼ ਨੇ ਥੈਂਕਸ ਔਰ ਸੌਰੀ, ਇਹਨਾਂ ਦੀ ਉਸ ਤਰ੍ਹਾਂ ਠੇਠ ਪੰਜਾਬੀ ਦੇ ਲਫ਼ਜ਼ ਨਹੀਂ ਸੀ। ਫਿਰ ਜਦੋਂ ਬਾਅਦ ਵਿੱਚ ਜ਼ਾਹਿਰ ਬਾਕੀ ਜ਼ਬਾਨਾਂ ਆਈਆਂ, ਮੁਆਸ਼ਰਾ ਵੱਧਦਾ ਗਿਆ ਤੇ ਫਿਰ ਪੰਜਾਬੀ ਨੇ ਇਹ ਲਫ਼ਜ਼ ਜਿਹੜੇ ਨੇ ਦੂਸਰੀਆਂ ਜ਼ਬਾਨਾਂ ਕੋਲੋਂ, ਜਿਹਨੂੰ ਉਰਦੂ ਕਹਿ ਲਓ, ਅਰਬੀ ਕਹਿ ਲਓ, ਫਾਰਸੀ ਕਹਿ ਲਓ, ਉਹਨਾਂ ਕੋਲੋਂ ਫਿਰ ਜਿਹੜੇ ਨੇ ਉਹ ਲੈ ਕੇ ਆਪਣਾ ਹਿੱਸਾ ਬਣਾ ਲਏ। ਔਰ ਮੈਂ ਹੁਣ ਵੀ ਸਮਝਦਾ ਕਿ ਪੰਜਾਬੀ 'ਚ ਇਹ ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਕੁਝ ਸਾਡੇ ਦੋਸਤਾਂ ਦਾ ਕਹਿਣਾ ਜੀ ਕਿ ਪੰਜਾਬੀ ਜਿਹੜੇ ਨੇ ਉਹ ਨਾ ਤਾਂ ਕਿਸੇ ਦਾ ਸ਼ੁਕਰੀਆ ਅਦਾ ਕਰਦੇ ਨੇ ਤੇ ਨਾ ਹੀ ਪੰਜਾਬੀ ਜਿਹੜੇ ਨੇ ਕਿਸੇ ਕੋਲੋਂ ਮਾਜ਼ਰਤ ਜਾਂ ਮਾਫੀ ਮੰਗਦੇ ਨੇ। ਘਾਟਾ ਵਾਧਾ ਹੋ ਵੀ ਜਾਏ ਤੇ ਉਹ ਕਹਿੰਦੇ ਚੱਲ ਯਾਰ ਛੋਟਾ ਯਾਰ ਜਾਣ ਦਿਓ। ਅਗਰ ਇਹ ਅਕਸਰ ਸਾਡੇ ਮੁਆਸ਼ਰੇ 'ਚ ਹੁੰਦਾ ਵੀ ਕਿ ਜਿਹੜਾ ਛੋਟਾ ਹੈ, ਛੋਟਾ ਭੈਣ ਭਰਾ ਹੋਏ ਜਾਂ ਕੋਈ ਵੀ ਛੋਟਾ ਗਲਤੀ ਕਰਦੇ ਤਾਂ ਉਹਨੂੰ ਹਮੇਸ਼ਾ ਗਿਆ ਉਹ ਯਾਰ ਛੋਟਾ ਉਹਨੇ ਕਰ ਦਿੱਤੀ ਫਿਰ ਕੀ ਹੈ। ਤੇ ਜੇ ਵੱਡਾ ਕਿਸੇ ਵਾਸਤੇ ਬਹੁਤ ਕੁਝ ਕਰੇ ਵੀ, ਉਹਨਾਂ ਵਾਸਤੇ ਪੂਰੀ ਜ਼ਿੰਦਗੀ ਕਹਿੰਦੇ ਯਾਰ ਵੱਡਾ ਸੀ ਉਹਨੇ ਕਰ ਛੱਡਿਆ ਫਿਰ ਕੀ ਹੋ ਗਿਆ, ਵੱਡਾ ਸੀ ਉਹਦਾ ਫਰਜ਼ ਸੀ। ਤੇ ਇਹ ਸ਼ਾਇਦ ਉੱਥੋਂ ਹੀ ਇਹ ਚੀਜ਼ਾਂ ਚਲਦੀਆਂ ਆਈਆਂ। ਲੇਕਿਨ ਹੁਣ ਜਿਹੜਾ ਅੱਜ ਕੱਲ੍ਹ ਸਾਡੇ ਕੋਲ ਜ਼ਾਹਿਰ ਫਿਰ ਅਸੀਂ ਕਹਿੰਦੇ ਹਾਂ ਜੀ ਮਾਫ ਕਰ ਦਿਓ ਜੀ, ਮਿਹਰਬਾਨੀ ਤੁਹਾਡੀ, ਭਲਾ ਹੋਏ ਤੁਹਾਡਾ, ਬਹੁਤ ਸ਼ੁਕਰੀਆ। ਤੇ ਇਹ ਇੱਕ ਬੜੀ ਇੱਕ ਦਿਲਚਸਪ ਜਿਹੀ ਬਹਿਸ ਸੀ, ਕੁਝ ਗਰੁੱਪਸ ਵੀ ਮੈਂ ਵੇਖੀ ਉੱਥੇ ਚੱਲ ਰਹੀ ਸੀ ਤੇ ਮੈਂ ਇਹਨਾਂ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਇਸ ਬਾਰੇ 'ਚ ਬਹੁਤ ਤਫਸੀਲ ਦਿੱਤੀ। ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਸਾਹਿਬਾ ਦਾ, ਪ੍ਰੋਫੈਸਰ ਡਾਕਟਰ ਇਸ਼ਤਿਆਕ ਸਾਹਿਬ ਦਾ, ਪ੍ਰੋਫੈਸਰ ਸਈਦ ਅਹਿਮਦ ਸਾਹਿਬ ਦਾ, ਜ਼ਫਰ ਅਵਾਨ ਸਾਹਿਬ ਦਾ, ਸੁਹੇਲ ਸਫਦਰ ਸਾਹਿਬ ਦਾ, ਆਸਫ ਸ਼ਾਹਕਾਰ ਸਾਹਿਬ ਦਾ, ਰਾਜਪਾਲ ਸਾਹਿਬ ਦਾ ਔਰ ਇੰਦਰਪਾਲ ਸਿੰਘ ਸਾਹਿਬ ਦਾ ਔਰ ਬਹੁਤ ਸਾਰਿਆਂ ਦੂਸਰੇ ਲੋਕਾਂ ਦਾ ਵੀ ਕਿ ਜਿਨ੍ਹਾਂ ਨੇ ਰੋਸ਼ਨੀ ਪਾਈ। ਤੇ ਇਹ ਤੁਸੀਂ ਦੱਸੋ ਕਿ ਤੁਹਾਨੂੰ ਅੱਜ ਦਾ ਇਹ ਵਲੌਗ ਕਿਹਦਾ ਲੱਗਾ ਔਰ ਅਗਰ ਕੋਈ ਤੁਸੀਂ ਵੀ ਸਮਝਦੇ ਹੋ ਕਿ ਤੁਹਾਡੇ ਕੋਲ ਇਹਦੇ ਲਈ ਕੋਈ ਖਾਸ ਠੇਠ ਪੰਜਾਬੀ ਦੇ ਲਫ਼ਜ਼ ਹੈ ਨੇ ਜਿਹੜੇ ਮਤਲਬ ਸ਼ੁਕਰੀਆ ਔਰ ਇਸ ਲਈ ਸੌਰੀ ਲਈ ਇਸਤੇਮਾਲ ਹੁੰਦੇ, ਉਹ ਵੀ ਦੱਸੋ। ਹੁਣ ਜਿਹੜੇ ਮਸ਼ਰਕੀ ਪੰਜਾਬ ਹੈ ਉੱਥੇ ਧੰਨਵਾਦ ਲਫ਼ਜ਼ ਬੋਲਦੇ ਨੇ, ਮੇਰੇ ਜਿਹੜੇ ਕੁਝ ਸਿੰਘ ਦੋਸਤ ਨੇ ਉਹਨਾਂ ਦੱਸਿਆ। ਲੇਕਿਨ ਜਿਹੜਾ ਸਾਡਾ ਪੰਜਾਬ ਹੈ, ਪਾਕਿਸਤਾਨ ਵਾਲਾ ਪੰਜਾਬ, ਮੈਂ ਕਿਸੇ ਵੀ ਪਿੰਡ 'ਚ ਕਿਸੇ ਬੰਦੇ ਨੂੰ ਧੰਨਵਾਦ ਲਫ਼ਜ਼ ਕਹਿੰਦੇ ਮੈਂ ਨਹੀਂ ਸੁਣਿਆ। ਉਹ ਇਸ ਵਾਸਤੇ ਮੈਂ ਸਮਝਦਾ ਹਾਂ ਕਿ ਉਹ ਸ਼ਾਇਦ ਪੁਰਾਣੀ ਪੰਜਾਬੀ ਦਾ ਲਫ਼ਜ਼ ਨਹੀਂ ਹੋਏਗਾ। ਲੇਕਿਨ ਅੱਜ ਕੱਲ੍ਹ ਉਹ ਜਿਸ ਤਰ੍ਹਾਂ ਸਾਡੇ ਵਾਲੇ ਪਾਸੇ ਅਸੀਂ ਸ਼ੁਕਰੀਆ ਕਹਿ ਦਿੰਦੇ ਹਾਂ, ਉਹ ਧੰਨਵਾਦ ਕਹਿ ਦਿੰਦੇ ਨੇ। ਬਹਰਹਾਲ ਅੱਜ ਦੇ ਇਸ ਪੰਜਾਬੀ ਵਲੌਗ ਦੇ ਬਾਰੇ 'ਚ ਆਪਣੀ ਰਾਏ ਦਾ ਜ਼ਰੂਰ ਇਜ਼ਹਾਰ ਕਰਨਾ, ਆਪਣਾ ਖਿਆਲ ਰੱਖਣਾ। ਅਗਰ ਤੁਹਾਨੂੰ ਇਹ ਸਿਲਸਿਲਾ ਪਸੰਦ ਆਏ ਤੇ ਜਲਦੀ ਕਿਸੇ ਹੋਰ ਮੌਜੂ ਦੇ ਉੱਤੇ ਪੰਜਾਬੀ ਵਲੌਗ ਮੈਂ ਤੁਹਾਡੀ ਖਿਦਮਤ ਪੇਸ਼ ਕਰਾਂਗਾ।